ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡਾ ਖਾਸ ਸ਼ੋਅ ਲੈ ਕੇ ਖਬਰ ਪੜਤਾਲ, ਜਿਸ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਦੇ ਵੀ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ। ਅੱਜ ਦਾ ਦਿਨ ਕਿਸਾਨੀ ਅੰਦੋਲਨ ਦੇ ਲਈ ਅਹਿਮ ਹੈ। ਉਹ ਕਿਉਂ ਅਹਿਮ ਹੈ? ਕਿਉਂਕਿ ਅੱਜ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਚਰਚਾ ਹੋਣੀ ਹੈ। ਇਹ ਸੁਣਵਾਈ ਬਹੁਤ ਅਹਿਮ ਹੈ ਤੇ ਇਸ ਨੂੰ ਲੈ ਕੇ ਬੀਤੇ ਦਿਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੰਥਨ ਕੀਤੇ ਗਏ ਨੇ ਕਿ ਆਖਿਰਕਾਰ ਅੱਜ ਦੀ ਸੁਣਵਾਈ ਅਤੇ 15 ਜਨਵਰੀ ਨੂੰ ਲੈ ਕੇ ਕਿਸਾਨ ਕੀ ਫੈਸਲਾ ਕਰਨ। ਲਗਾਤਾਰ ਲੰਬੀਆਂ ਜਿਹੜੀਆਂ ਬੈਠਕਾਂ ਕਿਸਾਨਾਂ ਦੀਆਂ ਚੱਲੀਆਂ ਨੇ ਤੇ ਕਿਸਾਨਾਂ ਨੇ ਵੱਡੇ ਫੈਸਲੇ ਲਏ ਨੇ। ਸੋ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ ਤੇ ਸੁਪਰੀਮ ਕੋਰਟ ਦੇ ਵਿੱਚ ਜੇਕਰ ਕਿਸਾਨ ਜਾਂਦੇ ਨੇ ਤਾਂ ਕਿਹਨਾਂ ਗੱਲਾਂ ਦੇ ਨਾਲ ਕਿਸਾਨਾਂ ਨੂੰ ਜਾਣਾ ਚਾਹੀਦਾ ਹੈ, ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਜੇਕਰ 15 ਜਨਵਰੀ ਦੀ ਬੈਠਕ ਦੇ ਵਿੱਚ ਵੀ ਕਿਸਾਨ ਪਹੁੰਚਦੇ ਨੇ ਤਾਂ ਕਿਹਨਾਂ ਗੱਲਾਂ ਦੇ ਨਾਲ ਕਿਸਾਨ ਪਹੁੰਚ ਸਕਦੇ ਨੇ, ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਉਧਰ ਬੀਤੇ ਦਿਨਾਂ ਹਰਿਆਣੇ ਦੇ ਕਰਨਾਲ ਦੇ ਵਿੱਚ ਇੱਕ ਮਹਾ ਪੰਚਾਇਤ ਬੁਲਾਈ ਗਈ ਸੀ, ਜਿਸ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਵਿਰੋਧ ਇੰਨਾ ਤੇਜ਼ ਸੀ ਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਪਣਾ ਉੱਥੇ ਆਉਣ ਦਾ ਪਲਾਨ ਵੀ ਰੱਦ ਕਰਨਾ ਪਿਆ ਹੈ। ਇਸ ਦੇ ਉੱਤੇ ਵੀ ਚਰਚਾ ਕਰਾਂਗੇ ਕਿ ਆਖਿਰਕਾਰ ਹਰਿਆਣੇ ਦੇ ਵਿੱਚ ਅਜਿਹਾ ਕੀ ਵਾਪਰਿਆ। ਸੋ ਅੱਜ ਚਰਚਾ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸ਼ਰਤ ਵਰਮਾ ਜੀ ਤੇ ਉਹਨਾਂ ਤੋਂ ਜਾਣਾਂਗੇ ਵੱਖ-ਵੱਖ ਮਸਲਿਆਂ ਦੇ ਉੱਤੇ। ਪਹਿਲਾਂ ਸ਼ਰਤ ਵਰਮਾ ਜੀ ਹੁਣਾਂ ਦਾ ਸਵਾਗਤ ਕਰਾਂਗੇ, ਫਿਰ ਚਰਚਾ ਤੇ ਗੱਲਬਾਤ ਕਰਾਂਗੇ। ਸ਼ਰਤ ਜੀ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ। ਸ਼ਰਤ ਜੀ, ਸਭ ਤੋਂ ਪਹਿਲਾਂ ਤਾਂ ਅੱਜ ਦੇ ਦਿਨ ਨੂੰ ਕਿੱਦਾਂ ਵੇਖ ਰਹੇ ਹੋ? 11 ਜਨਵਰੀ ਹੈ, ਲਗਾਤਾਰ ਜਦੋਂ ਤੋਂ 8 ਜਨਵਰੀ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤੇ ਅੱਜ ਦੀ 11 ਜਨਵਰੀ ਦੀ ਬੈਠਕ ਦੇ ਉੱਤੇ ਸਭ ਨੂੰ ਟੇਕ ਸੀ ਕਿ ਅੱਜ ਕੁਝ ਵੱਡਾ ਜਿਹੜਾ ਸੁਪਰੀਮ ਕੋਰਟ ਵੀ ਐਲਾਨ ਕਰ ਸਕਦੀ ਹੈ, ਕੋਈ ਵੱਡਾ ਹੁਕਮ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਆ ਸਕਦਾ। ਕੀ ਲੱਗਦਾ ਕਿਸਾਨ ਜੇਕਰ ਸੁਪਰੀਮ ਕੋਰਟ ਦੇ ਵਿੱਚ ਪਹੁੰਚਦੇ ਨੇ ਤਾਂ ਕਿਹਨਾਂ ਪੈਂਤੜਿਆਂ ਦੇ ਨਾਲ ਪਹੁੰਚ ਸਕਦੇ ਨੇ ਕਿਸਾਨ? ਗਗਨ, ਮੈਂ ਇੱਥੇ ਸਮਝਦਾ ਜੀ ਜਿਹੜੀ 11 ਦੀ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਹੈਗੀ ਜੀ, ਉਹ ਇਹ 'ਚ ਆਪਾਂ ਕਨਫਿਊਜ਼ ਨਾ ਹੋਈਏ। ਇਹ ਜਿਹੜੀ ਆਪਣੇ 3 ਖੇਤੀ ਕਾਨੂੰਨ ਹੈ ਜੀ ਨਵੇਂ, ਉਹਨਾਂ 'ਤੇ ਨਹੀਂ ਹੈ ਜੀ, ਉਹਨਾਂ ਦੀ ਲੀਗੈਲਿਟੀ 'ਤੇ ਨਹੀਂ ਹੈ ਜੀ। ਇਹ ਜੋ ਸੁਣਵਾਈ ਹੈ ਉਸ ਰਿਟ 'ਤੇ ਹੈ ਜੀ, ਜਿਹੜੀ ਰਿਟ ਫਾਈਲ ਕੀਤੀ ਗਈ ਸੀ ਕਿ ਇਹ ਜਿਹੜਾ ਕਿਸਾਨਾਂ ਦਾ ਧਰਨਾ ਚੁਕਾਇਆ ਜਾਵੇ। ਅਤੇ ਕਿਸਾਨਾਂ ਨੇ ਹੁਣ ਕਿਸਾਨ ਜਿਹੜੇ ਆਗੂ ਹੈਗੇ ਉਹਨਾਂ ਨੇ ਵੀ ਕਿਹਾ ਕਿ ਵੀ ਅਸੀਂ ਦੇਖਾਂਗੇ ਕਿ ਵੀ ਅਸੀਂ ਜਿਹੜਾ ਹੈਗਾ ਇਹਦੀ ਲੀਗੈਲਿਟੀ ਦਾ ਮਸਲਾ ਜਿਹੜਾ ਹੈ ਉਹ ਅਸੀਂ ਸੁਪਰੀਮ ਕੋਰਟ 'ਚ ਨਹੀਂ ਲੈ ਕੇ ਜਾਣਾ, ਉਹ ਅਸੀਂ ਆਪਣੇ ਅੰਦੋਲਨ ਦੇ ਥਰੂ ਸਰਕਾਰ 'ਤੇ ਪ੍ਰੈਸ਼ਰ ਪਾ ਕੇ ਹੀ ਕਰਾਂਗੇ। ਦੇਖੋ, ਗੱਲ ਉੱਥੇ ਹੀ ਸ਼ੁਰੂ ਤੋਂ ਉੱਥੇ ਹੀ ਫਸ ਰਹੀ ਹੈ। ਦੋਨੋਂ ਧਿਰਾਂ ਉਸੇ ਸਟੈਂਡ 'ਤੇ ਕਾਇਮ ਨੇ ਆਪਣੀ ਉਸ 'ਤੇ ਕਿ ਵੀ ਕਿਸਾਨ ਆਗੂ ਕਹਿ ਰਹੇ ਨੇ ਕਿ ਵੀ ਅਸੀਂ ਬਿਨਾਂ ਧਰਨਾ ਚੁਕਾਏ ਵਾਪਸ ਬਿਨਾਂ ਜਿਹੜੇ ਹੈਗੇ ਵੀ ਕਾਨੂੰਨਾਂ ਦੇ ਵਾਪਸੀ ਤੋਂ ਬਿਨਾਂ ਅਸੀਂ ਪਿੱਛੇ ਨਹੀਂ ਮੁੜਨਾ ਹੈਗਾ। ਅਤੇ ਦੂਜੇ ਪਾਸੇ ਸਰਕਾਰ ਵਾਰ-ਵਾਰ ਉਹੀ ਮੰਗ ਕਹਿ ਰਹੀ ਹੈ ਕਿ ਆਪਣਾ ਸਟੈਂਡ ਦੁਹਰਾ ਰਹੀ ਹੈਗੀ ਕਿ ਵੀ ਅਸੀਂ ਸੋਧਾਂ ਕਰਨ ਨੂੰ ਤਿਆਰ ਹੈਗੇ। ਇੱਥੇ ਮੈਂ ਸਮਝਦਾ ਜੀ ਸੁਪਰੀਮ ਕੋਰਟ ਇਹ ਤਾਂ ਇੱਕ ਹੋ ਗਿਆ ਜੀ ਜਿਹੜੀ ਰਿਟ 'ਤੇ ਹੈਗੀ ਜੀ ਸੁਣਵਾਈ 11 ਤਰੀਕ ਨੂੰ। ਔਰ ਦੂਜੀ ਮੈਂ ਸੋਚਦਾ ਜੀ ਕਿਸਾਨਾਂ ਨੂੰ ਚਾਹੀਦਾ ਜੀ ਇਹ ਸੁਪਰੀਮ ਕੋਰਟ ਦਾ ਰਸਤਾ ਅਪਣਾਉਣ। ਅਗਰ ਸਰਕਾਰ ਕੋਈ ਇਹਨਾਂ ਦੀ ਸੁਣਨੀ ਨਹੀਂ ਹੈਗੀ, 45-46 ਦਿਨ ਹੋ ਗਏ ਹੈਗੇ ਔਰ ਕਿੰਨੇ ਕਿਸਾਨ ਜਿਹੜੇ ਹੈਗੇ ਆਪਣੀ ਜਾਨਾਂ ਗਵਾ ਚੁੱਕੇ ਹੈਗੇ ਨੇ ਜੀ, ਬਲੀਦਾਨ ਦੇ ਚੁੱਕੇ ਨੇ। ਅਤੇ ਮੈਨੂੰ ਲੱਗਦਾ ਹੈਗਾ ਵੀ ਹੁਣ ਅਗਰ ਇਹਨਾਂ ਕੋਲ ਰਸਤਾ ਇਹੀ ਰਹਿ ਗਿਆ ਜੀ, ਸੁਪਰੀਮ ਕੋਰਟ ਦੇ ਥਰੂ ਸਰਕਾਰ 'ਤੇ ਪ੍ਰੈਸ਼ਰ ਪਾਇਆ ਜਾਵੇ, ਇਹਨਾਂ 'ਤੇ ਸਟੇ ਲਿੱਤੀ ਜਾ ਸਕਦੀ ਹੈਗੀ। ਅਗਰ ਇਹਨਾਂ ਕੋਲ ਦੇਖੋ ਜੀ ਰਸਤਾ ਹੈਗਾ ਜੀ, ਅਪਣਾਉਣਾ ਚਾਹੀਦਾ ਹੈ। ਮੈਨੂੰ ਨਹੀਂ ਪਤਾ ਜੀ ਕਿ ਕਿਸਾਨ ਜਿਹੜੇ ਹੈਗੇ ਵੀ ਕਿਸ 'ਤੇ ਕੀ ਕਰਦੇ ਹੈਗੇ, ਕੀ ਅਗਲਾ ਇਹਨਾਂ ਦਾ ਸਟ੍ਰੈਟੇਜੀ ਕੀ ਹੁੰਦੀ ਹੈ। ਪਰ ਜਦੋਂ ਆਪਣੇ ਕੋਲ ਲੀਗਲ ਰੈਮੇਡੀ ਹੈ ਜੀ, ਇਹਨਾਂ ਨੂੰ ਅਪਰੋਚ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤੇ ਨਾਲ ਹੀ ਸ਼ਰਤ ਜੀ ਇੱਥੇ ਚਰਚਾ ਦਾ ਵਿਸ਼ਾ ਇਹ ਵੀ ਆ ਨਾ ਕਿ ਜੇਕਰ ਕਿਸਾਨ ਆਗੂ ਸੁਪਰੀਮ ਕੋਰਟ ਦੇ ਵਿੱਚ ਪਹੁੰਚਦੇ ਤੇ ਸੁਪਰੀਮ ਕੋਰਟ ਦੇ ਵਿੱਚ ਤਾਂ ਉਹ ਤਾਂ ਹੀ ਜਾਣਗੇ ਨਾ ਜੇਕਰ ਪਹਿਲਾਂ ਸਰਕਾਰ ਦੇ ਪੱਖੋਂ ਹੱਥ ਖੜੇ ਹੋ ਜਾਣ ਕਿ ਸਰਕਾਰ ਇਸ ਦਾ ਹੱਲ ਨਹੀਂ ਕੱਢ ਸਕਦੀ। ਪਰ ਸਰਕਾਰ ਤਾਂ ਹਜੇ ਮੀਟਿੰਗਾਂ ਦੇ ਦੌਰ ਦੇ ਵਿੱਚ ਆ। ਗਗਨ ਦੇਖੋ, 8 ਦੌਰ ਦੀ ਮੀਟਿੰਗ ਹੋ ਚੁੱਕੀ ਹੈ ਜੀ। ਸਿਰਫ ਇੱਕ ਜਿਹੜੇ ਗੇਟ ਦੀ ਮੀਟਿੰਗ ਹੋਈ ਸੀ ਜੀ 29 ਜਿਹੜੀ ਦਸੰਬਰ ਦੀ, ਉਹਦੇ ਵਿੱਚ ਥੋੜ੍ਹੀ ਜਿਹੀ ਸਰਕਾਰ ਨੇ ਢਿੱਲ ਦਿਖਾਈ ਸੀ, ਜਿੱਥੇ ਇਹਨਾਂ ਦੀਆਂ 2 ਮੰਗਾਂ ਮੰਨੀਆਂ ਸੀਗੀਆਂ। ਉਹ ਹਾਲਾਂਕਿ ਵੱਡੀਆਂ ਨਹੀਂ ਸੀਗੀਆਂ। ਇਹਨਾਂ ਦਾ ਜਿਹੜਾ ਅਸਲੀ ਡਿਮਾਂਡ ਹੈਗੀ ਕਿਸਾਨਾਂ ਦੀ ਉਹ ਉੱਥੇ ਹੀ ਖੜੀ ਹੈਗੀ ਕਿ ਵੀ 3 ਕਾਨੂੰਨ ਤੁਸੀਂ ਵਾਪਸ ਲਿਓ ਅਤੇ MSP 'ਤੇ ਕਾਨੂੰਨ ਬਣਾਓ। ਅਤੇ ਮੈਨੂੰ ਲੱਗਦਾ ਜੀ ਦੇਖੋ ਜਿਉਂ ਮੀਟਿੰਗਾਂ ਲੰਬੀਆਂ ਪਈ ਜਾ ਰਹੀਆਂ, ਕਿਸਾਨਾਂ ਦਾ ਵੀ ਸਬਰ ਦਾ ਜਿਹੜਾ ਹੈ ਜੀ ਉਹ ਪਹਿਲਾਂ ਭਰਦਾ ਜਾ ਰਿਹਾ ਹੈਗਾ। ਇਹਨਾਂ ਨੇ 26 ਜਨਵਰੀ ਦੇ ਟਰੈਕਟਰ ਰੈਲੀ ਵੀ ਪਲਾਨ ਕੀਤੀ ਹੈਗੀ ਜੀ। ਉਸ ਤੋਂ ਪਹਿਲਾਂ ਇਹਨਾਂ ਨੇ 7 ਜਨਵਰੀ ਨੂੰ ਜਿਹੜੀ ਰੈਲੀ ਕੱਢੀ ਸੀ ਟਰੈਕਟਰ ਰੈਲੀ, ਜਿਹਨੂੰ ਇਹ ਟ੍ਰੇਲਰ ਕਹਿੰਦੇ ਸੀਗੇ ਜੀ, ਬਹੁਤ ਹੀ ਪ੍ਰਭਾਵਸ਼ਾਲੀ ਸੀ ਜੀ। ਜਿਵੇਂ ਕਹਿੰਦੇ ਨਾ ਵੀ ਅਗਰ ਟ੍ਰੇਲਰ ਹਿੱਟ ਹੈ ਤਾਂ ਫਿਲਮ ਵੀ ਹਿੱਟ ਹੋਣ ਦੀ ਸੰਭਾਵਨਾ ਹੈ। ਤਾਂ ਮੈਂ ਪਹਿਲਾਂ ਵੀ ਕੀ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਜੀ ਵੀ ਮੈਂ ਨਹੀਂ ਚਾਹਾਂਗਾ ਜੀ ਆਪਾਂ ਨੂੰ ਉਹ ਫਿਲਮ ਦੇਖਣੀ ਪਵੇ, ਕਿਉਂਕਿ ਆਪਣਾ ਕਿਤੇ ਨਾ ਕਿਤੇ ਉਸ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕੋਈ ਕਿਸਾਨ ਪੱਖੀ ਹੱਲ ਕੱਢੇ। ਔਰ ਦੇਖੋ ਇੱਕ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਗਗਨ, ਹੁਣੀ 1-2 ਦਿਨ ਪਹਿਲਾਂ ਸਰਕਾਰ ਨੇ ਗਜਟ ਨੋਟੀਫਿਕੇਸ਼ਨ ਕੀਤਾ ਹੈਗਾ, ਸੈਂਟਰ ਦੀ ਸਰਕਾਰ ਨੇ। ਉਹ ਇੱਕ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਸ ਐਕਟ PCA ਕਹਿੰਦੇ ਜੀ ਜਿਹਨੂੰ, ਉਸ 'ਤੇ ਇਹਨਾਂ ਨੇ ਗਜਟ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਉੱਥੇ ਇਹਨਾਂ ਨੇ ਜਨਤਕ ਸਲਾਹਾਂ ਮੰਗੀਆਂ ਜੀ ਇਸ ਦੇ ਵਿੱਚ ਕੀ
ਹੋਣਾ ਚਾਹੀਦਾ ਹੈ ਕਾਨੂੰਨ ਦੇ ਵਿੱਚ। ਉਹ ਦੇਖੋ ਉਸ ਕਾਨੂੰਨ ਦਾ ਆਮ ਜਨਤਾ ਦੇ ਨਾਲ ਇੰਨਾ ਜ਼ਿਆਦਾ ਹੈ ਨਹੀਂ ਜੀ ਰਾਬਤਾ ਜਿੰਨਾ ਇਹ ਜਿਹੜੇ ਖੇਤੀ ਕਾਨੂੰਨ ਹੈ ਇਹਨਾਂ ਦਾ ਹੈ। ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਸੀ ਜੀ ਉਸ ਤੋਂ ਪਹਿਲਾਂ ਹੀ ਮਤਲਬ ਕਿ ਜਿਹੜੇ ਇੰਨੇ ਵੱਡੇ ਕਾਨੂੰਨ ਲੈ ਕੇ ਆ ਰਹੇ ਆ ਇਹਨਾਂ ਨੂੰ ਜਨਤਕ ਸਲਾਹਾਂ ਮੰਗਣੀਆਂ ਚਾਹੀਦੀਆਂ ਸੀਗੀਆਂ ਜੀ, ਔਰ ਖਾਸ ਤੌਰ 'ਤੇ ਕਿਸਾਨਾਂ ਦੀ ਜਿਨ੍ਹਾਂ 'ਤੇ ਸਿੱਧਾ ਅਸਰ ਹੈਗਾ, ਔਰ ਬਾਕੀ ਫੀਲਡ ਹੈ ਉਹਨਾਂ 'ਤੇ ਵੀ ਇਨਡਾਇਰੈਕਟ ਅਸਰ ਹੈਗਾ, ਇਸ 'ਤੇ ਸਿੱਧਾ ਅਸਰ ਹੈਗਾ, ਇਸ 'ਤੇ ਮੰਗਣਾ ਚਾਹੀਦਾ ਸੀਗਾ। ਦੇਖੋ ਬਜਟ ਹਰ ਸਾਲ ਆਉਂਦਾ ਜੀ, ਜਿਹੜਾ ਯੂਨੀਅਨ ਬਜਟ ਹੁੰਦਾ ਹੈਗਾ ਉਹਦੇ ਵਿੱਚ ਇਹ ਸਲਾਹਾਂ ਮੰਗਦੇ ਆ ਵੀ ਕੀ ਅਸੀਂ ਇਨਕਲੂਡ ਕਰੀਏ, ਤੇ ਇੰਨੇ ਵੱਡੇ ਤੁਸੀਂ ਕਾਨੂੰਨ ਲੈ ਕੇ ਆ ਰਹੇ ਹੋ। ਦੇਖੋ ਹੁਣ ਤਾਂ ਜੋ ਹੋ ਗਿਆ ਸੋ ਹੋ ਗਿਆ, ਪਰ ਅੱਗੇ ਵਾਸਤੇ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਕਿ ਵੀ ਅੱਗੇ ਨੂੰ ਅਗਰ ਕੋਈ ਇੱਦਾਂ ਦਾ ਕੋਈ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦੇ ਨਾਲ ਮਤਭੇਦ ਹੋ ਸਕਦੇ ਆ, ਸਰਕਾਰ ਨੂੰ ਚਾਹੀਦਾ ਉਸ ਤੋਂ ਪਹਿਲਾਂ ਹੀ ਜਿਹੜੀਆਂ ਸੰਬੰਧਿਤ ਧਿਰਾਂ ਨੇ ਜੀ ਸਾਰੀਆਂ ਉਹਨਾਂ ਨੂੰ ਵਿੱਚ ਇਨਵੋਲਵ ਕਰਕੇ ਉਹਨਾਂ ਦੀ ਸਲਾਹ ਲੈ ਕੇ ਉਹਨਾਂ ਦੀ ਰਜਾਮੰਦੀ ਨਾਲ ਉਹਨਾਂ ਦੀ ਮੰਗਾਂ ਜਾਣ ਕੇ ਉਸ 'ਤੇ ਕਾਨੂੰਨ ਲੈ ਕੇ ਆਉਣਾ ਚਾਹੀਦਾ ਹੈ ਜੀ। ਤੇ ਸ਼ਰਦ ਜੀ ਉੱਤੇ ਚਰਚਾ ਇੱਕ ਪਾਸੇ ਜਿੱਥੇ ਨਵੇਂ ਬਜਟ ਨੂੰ ਲੈ ਕੇ ਵੀ ਹੈ ਕਿ ਨਵੇਂ ਬਜਟ ਦੇ ਵਿੱਚ ਸਰਕਾਰ ਨੇ ਲੋਕਾਂ ਦੀ ਰਾਏ ਮੰਗੀ ਹੈ। ਇਹ ਨਹੀਂ ਚਾਹੀਦਾ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਕੋਈ ਪਾਇਲਟ ਪ੍ਰੋਜੈਕਟ ਲਾਂਚ ਕਰਦੇ, ਜੋ ਪਾਇਲਟ ਪ੍ਰੋਜੈਕਟ ਕਿਸੇ ਇੱਕ ਸੂਬੇ ਦੇ ਵਿੱਚ ਜੋ ਕਿ ਭਾਜਪਾ ਦੇ ਬੇਸ਼ੱਕ ਸ਼ਾਸਤ ਪ੍ਰਦੇਸ਼ ਹੋਵੇ ਉਸ ਦੇ ਵਿੱਚ ਇੱਕ 'ਚ ਲਾਗੂ ਕਰ ਦੇਵੇ, ਉੱਥੇ ਕਿਸਾਨਾਂ ਦੀ ਭਲਾਈ ਹੁੰਦੀ ਹੈ, ਕਿਸਾਨਾਂ ਦੀ ਆਮਦਨ ਦੁੱਗਣੀ ਹੁੰਦੀ ਹੈ, ਬਾਅਦ 'ਚ ਉਸੇ ਪ੍ਰੋਜੈਕਟ ਨੂੰ ਵਿਖਾ ਕੇ ਬਾਕੀ ਸੂਬਿਆਂ ਦੇ ਵਿੱਚ ਲਾਗੂ ਕਰ ਦੇਣ। ਜੀ ਗਗਨ, ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਜੀ, ਬੜਾ ਵਧੀਆ ਸੁਜੈਸ਼ਨ ਹੈਗਾ। ਹੋਣਾ ਤਾਂ ਚਾਹੀਦਾ ਹੈਗਾ, ਪਰ ਇੱਦਾਂ ਹੈ ਕਿ ਜਿਹੜੇ ਲਾਜ਼ ਜਿਹੜੇ ਆਪਣੀ ਪਾਰਲੀਮੈਂਟ ਪਾਸ ਕਰਦੀ ਜੋ ਪੂਰੇ ਦੇਸ਼ 'ਤੇ ਲਾਗੂ ਹੁੰਦੇ ਹੈਗੇ ਜੀ, ਵੀ ਕਿਤੇ ਕਿਸੇ ਇੱਕ ਖਿੱਤੇ ਨੂੰ ਛੱਡ ਨਹੀਂ ਸਕਦੇ ਕਿਸੇ ਇੱਕ ਸਟੇਟ ਨੂੰ। ਪਹਿਲਾਂ ਹੁੰਦਾ ਸੀ ਜੀ ਜਦੋਂ ਧਾਰਾ 370 ਸੀ ਜੀ ਕਸ਼ਮੀਰ ਦੇ ਵਿੱਚ, ਉਦੋਂ ਹੁੰਦਾ ਸੀਗਾ ਵੀ ਸਾਰੇ ਜਿੰਨੇ ਵੀ ਲਾਜ਼ ਪਾਸ ਹੁੰਦੇ ਸੀ ਉਸ 'ਚ ਲਿਖਿਆ ਹੁੰਦਾ ਸੀ ਵੀ ਦਿਸ ਐਕਟ ਸ਼ੈਲ ਅਪਲਾਈ ਟੂ ਦਾ ਹੋਲ ਆਫ ਇੰਡੀਆ ਐਕਸੈਪਟ ਸਟੇਟ ਆਫ ਜੰਮੂ ਐਂਡ ਕਸ਼ਮੀਰ। ਇੱਦਾਂ ਦਾ ਇਹ ਸਪੈਸ਼ਲ ਕਿਸੇ ਉਸ ਨੂੰ ਛੱਡ ਸਕਦੇ ਹੈ ਕਿਸੇ ਸਟੇਟ ਨੂੰ ਕਿ ਵੀ ਉਸ 'ਤੇ ਲਾਗੂ ਨਾ ਹੋਵੇ। ਪਰ ਫਿਰ ਦੇਖੋ ਗੱਲ ਉੱਥੇ ਹੀ ਫਸਦੀ ਹੈਗੀ, ਜਿਵੇਂ ਹੁਣ ਪਿੱਛੇ ਜੇ ਕਿਸਾਨਾਂ ਨੇ ਕਿਹਾ ਸੀਗਾ ਜਦੋਂ ਇਹਨਾਂ ਨੇ ਇਹ ਵੀ ਮੰਗ ਉੱਠੀ ਸੀ ਵੀ ਸ਼ਾਇਦ ਜਿਹੜੀ ਹੈ ਕੇਂਦਰ ਸਰਕਾਰ ਇਹ ਕਾਨੂੰਨਾਂ ਨੂੰ ਆਪਣੇ ਸਟੇਟ ਜਿਹੜੀ ਹੈ ਨਾ ਸਰਕਾਰਾਂ ਰਾਜ ਸਰਕਾਰਾਂ 'ਤੇ ਛੱਡ ਦੇ ਕਿ ਵੀ ਉਹ ਲਾਗੂ ਕਰਦੇ ਜਾਂ ਨਹੀਂ ਕਰਦੇ। ਉਹਦੇ ਵਿੱਚ ਇੱਕ ਗੱਲ ਦੇਖੋ ਟੈਕਨੀਕਲ ਇਹ ਗੱਲ ਫਸਦੀ ਹੈ ਜੀ, ਟੈਕਨੀਕਲ ਵੀ ਹੈ, ਔਰ ਜਿਹੜੇ ਆਪਣੇ ਪੰਜਾਬ ਔਰ ਹਰਿਆਣਾ ਦੇ ਕਿਸਾਨ ਹੈਗੇ ਜੀ ਉਹ ਮੈਂ ਪਹਿਲਾਂ ਵੀ ਕਿਹਾ ਸੀ ਜੀ ਉਹ ਇੰਨੇ ਸਵਾਰਥੀ ਨਹੀਂ ਹੈਗੇ ਕਿ ਵੀ ਉਹ ਕਿ ਆਪਣਾ ਹੱਕ ਲੈ ਕੇ ਦੂਜੇ ਜਿਹੜੇ ਹੈਗੇ ਸਟੇਟ ਦੇ ਕਿਸਾਨਾਂ ਦੂਜੇ ਸਟੇਟਾਂ ਦੇ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਉਹਨਾਂ ਦੀ ਕਿਸਮਤ 'ਤੇ ਛੱਡ ਦੇਣਗੇ। ਉਹ ਉਹਨਾਂ ਦਾ ਜਿਹੜਾ ਐਜੀਟੇਸ਼ਨ ਹੈ ਜੀ ਪੂਰੇ ਕਿਸਾਨ ਕਮਿਊਨਿਟੀ ਵਾਸਤੇ ਹੈ ਜੀ, ਪੂਰੇ ਦੇਸ਼ ਦੇ ਕਿਸਾਨਾਂ ਵਾਸਤੇ ਹੈ। ਤੇ ਇਹਦੇ ਵਿੱਚ ਦੇਖੋ ਇਹ ਟੈਕਨੀਕਲ ਥੋੜੀ ਜਿਹੀ ਪ੍ਰੋਬਲਮ ਹੈ, ਬਲਕਿ ਤੁਹਾਡੀ ਸੁਜੈਸ਼ਨ ਬੜੀ ਵਧੀਆ। ਇੱਦਾਂ ਹੋ ਸਕਦਾ ਕਿ ਇੱਕ ਉਸ 'ਤੇ ਕਰਕੇ ਅਗਰ ਕਾਮਯਾਬ ਹੁੰਦਾ ਹੈ ਤਾਂ ਨੈਚੁਰਲੀ ਬਾਕੀ ਦੇ ਲੋਕ ਵੀ ਉਸ ਨੂੰ ਅਪਣਾਉਣ ਨੂੰ ਤਿਆਰ ਹੋ ਜਾਣਗੇ ਜੀ। ਗਗਨ ਜੀ ਬਿਲਕੁਲ, ਤੇ ਇਸ ਦੇ ਨਾਲ ਹੀ ਸ਼ਰਤ ਜੀ ਚਰਚਾ ਦਾ ਵਿਸ਼ਾ ਇੱਕ ਹੋਰ ਵੀ ਆ ਜੋ ਬੀਤੇ ਦਿਨੀ ਘਟਨਾ ਵਾਪਰੀ ਹੈ ਹਰਿਆਣਾ ਤੇ ਕਰਨਾਲ ਦੇ ਵਿੱਚ। ਇੱਕ ਜਿਹੜੀ ਮਹਾ ਪੰਚਾਇਤ ਬੁਲਾਈ ਗਈ ਸੀ ਭਾਜਪਾ ਦੇ ਵੱਲੋਂ, ਹਾਲਾਂਕਿ ਇਸ ਮਹਾ ਪੰਚਾਇਤ ਦੇ ਪਿੱਛੇ ਦਾ ਜੋ ਕਾਰਨ ਸੀ ਉਹ ਸੀ ਕਿ ਵਪਾਰੀਆਂ ਦਾ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਇਕੱਠਾ ਕਰਕੇ ਮਹਾ ਪੰਚਾਇਤ ਖੇਤੀ ਅੰਦੋਲਨ ਦੇ ਕਹਿ ਦਈਏ ਕਿ ਵਿਰੋਧ ਦੇ ਵਿੱਚ ਬੁਲਾਈ ਗਈ ਸੀ, ਜਿਸ ਦੀ ਭਿਣਕ ਜਦੋਂ ਕਿਸਾਨਾਂ ਨੂੰ ਲੱਗੀ ਤੇ ਕਿਸਾਨ ਉੱਥੇ ਪਹੁੰਚਦੇ ਨੇ ਤੇ ਇਸ ਪੂਰੀ ਮਹਾ ਪੰਚਾਇਤ ਨੂੰ ਰੱਦ ਕਰਵਾਉਂਦੇ ਨੇ। ਕਿੱਦਾਂ ਵੇਖ ਰਹੇ ਹੋ ਜੋ ਕੱਲ ਪੂਰਾ ਵਰਤਾਰਾ ਵਾਪਰਿਆ ਹੈ? ਹਾਲਾਂਕਿ ਕੁਝ ਕੁ ਤਸਵੀਰਾਂ ਅਜਿਹੀਆਂ ਵੀ ਸੀ ਜੇ ਉਹ ਨਾ ਵਾਪਰਦੀਆਂ ਉਹ ਘਟਨਾਵਾਂ ਤਾਂ ਬਹੁਤ ਵਧੀਆ ਹੋਣਾ ਚਾਹੀਦਾ ਸੀ, ਕਿਉਂਕਿ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਸ਼ਾਂਤਮਈ ਚੱਲ ਰਿਹਾ ਹੈ। ਤੇ ਅਪੀਲ ਕਰਦੇ ਕਿ ਜੇਕਰ ਕਿਤੇ ਵਿਰੋਧ ਕਰਨ ਕਿਸਾਨ ਜਾਂਦੇ ਨੇ ਤਾਂ ਉਹ ਕਾਲੀਆਂ ਝੰਡੀਆਂ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਵਿਰੋਧ ਕਰ ਸਕਦੇ ਨੇ। ਨਾਰੇ ਜੋ ਤੁਹਾਨੂੰ ਸੰਵਿਧਾਨਿਕ ਤੌਰ ਦੇ ਉੱਤੇ ਹੱਕ ਹੈ ਲਾਉਣ ਦਾ ਤੁਸੀਂ ਉਹ ਕਰਕੇ ਪ੍ਰਦਰਸ਼ਨ ਕਰ ਸਕਦੇ ਹੋ ਤੇ ਪ੍ਰਭਾਵ ਬਹੁਤ ਵੱਡਾ ਜਾਂਦਾ ਹੈ। ਕਿਉਂਕਿ ਜਦੋਂ ਤੋਂ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਦੋਂ ਤੋਂ ਪ੍ਰਦਰਸ਼ਨ ਸ਼ੁਰੂ ਹੁੰਦੇ ਨੇ ਤਾਂ ਕਿਤੇ ਵੀ ਹਿੰਸਕ ਘਟਨਾ ਨਹੀਂ ਵਾਪਰਦੀ, ਕਿਤੇ ਪੱਤਾ ਤੱਕ ਕਿਸਾਨਾਂ ਦੇ ਵੱਲੋਂ ਨਹੀਂ ਤੋੜਿਆ ਜਾਂਦਾ। ਤੇ ਇਸੇ ਐਜੀਟੇਸ਼ਨ ਨੂੰ ਹੁਣ ਤੱਕ ਇਸ ਤਰ੍ਹਾਂ ਬਲਬੂਤਾ ਜੇਕਰ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੋਕਾਂ ਨੇ ਪੂਰਨ ਤੌਰ ਦੇ ਉੱਤੇ ਸਮਰਥਨ ਦਿੱਤਾ, ਇਸ ਦਾ ਕਾਰਨ ਇਹੀ ਸੀ ਕਿ ਪੂਰਾ ਸ਼ਾਂਤਮਈ ਤਰੀਕੇ ਦੇ ਨਾਲ ਚੱਲਿਆ। ਬਾਕੀ ਜੋ ਘਟਨਾ ਕੱਲ ਕਰਨਾਲ ਦੇ ਵਿੱਚ ਵਾਪਰੀ ਹੈ ਉਹਨੂੰ ਕਿੱਦਾਂ ਵੇਖ ਰਹੇ ਹੋ ਤੁਸੀਂ? ਗਗਨ, ਇਹ ਤੁਹਾਡਾ ਬੜਾ ਵਾਜਿਬ ਸਵਾਲ ਹੈ ਜੀ। ਇਹ ਦੇਖੋ ਮੈਂ ਇਹ ਸ਼ੁਰੂ ਤੋਂ ਇਹ ਗੱਲ ਕਰ ਰਿਹਾ ਜੀ ਇਹ ਮਤਲਬ ਕੋਈ ਇੰਨਾ ਵਧੀਆ ਐਜੀਟੇਸ਼ਨ ਕਿਸਾਨਾਂ ਦਾ ਚੱਲ ਰਿਹਾ ਹੈਗਾ। ਇਹਨਾਂ ਨੇ ਮਤਲਬ ਕਿ ਪੂਰਾ ਐਜੀਟੇਸ਼ਨ ਪੀਸਫੁਲ ਰਿਹਾ ਜੀ, ਔਰ ਕਿਸਾਨ ਜਿਹੜੇ ਹੈਗੇ ਲੀਡਰ ਇੰਨੇ ਸਮਝਦਾਰ ਹੈਗੇ ਜੀ, ਉਹਨਾਂ ਨੇ ਨਾ ਤਾਂ ਸਰਕਾਰ ਨੂੰ ਕਾਮਯਾਬ ਹੋਣ ਦਿੱਤਾ, ਉਹਨਾਂ ਨੇ ਇਸ ਜਿਹੜੇ ਐਜੀਟੇਸ਼ਨ ਨੂੰ ਖਾਲਿਸਤਾਨੀ ਰੰਗ ਜਾਂ ਵੱਖਵਾਦੀ ਸੋਚ ਦੇ ਰਾਹੀਂ ਲੋਕਾਂ ਦੁਆਰਾ ਗਾਈਡ ਕੀਤਾ ਗਿਆ ਐਜੀਟੇਸ਼ਨ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਇੱਕ ਪਾਸੇ ਤਾਂ ਉਹ ਇਹਨਾਂ ਨੇ ਕਿਸਾਨਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ ਸਰਕਾਰ ਦੀ ਐਸੀ ਚਾਲ ਨੂੰ, ਦੂਜੇ ਪਾਸੇ ਇਹਨਾਂ ਨੇ ਵਿਰੋਧੀ ਧਿਰਾਂ ਨੂੰ ਵੀ ਆਪਣਾ ਮੰਚ ਨਹੀਂ ਯੂਜ਼ ਕਰਨ ਦਿੱਤਾ ਪੋਲੀਟੀਕਲ ਗੇਨਸ ਵਾਸਤੇ, ਆਪਣੇ ਸਿਆਸੀ ਆਪਣੇ ਮੰਤਵਾਂ ਵਾਸਤੇ। ਤੇ ਹੁਣ ਤੱਕ ਓਵਰਆਲ ਬਾਈ ਐਂਡ ਲਾਰਜ ਸਾਰਾ ਪੀਸਫੁਲ ਰਿਹਾ। ਦੇਖੋ ਇੱਕ ਇਨਸੀਡੈਂਟ ਹੋਇਆ ਸੀਗਾ ਜਦੋਂ ਇਹ ਆਪਣੇ ਆਗੂ ਕਿਸਾਨ ਜਿਹੜੇ ਲੀਡਰ ਹੈਗੇ ਕਿਸਾਨ ਪੂਰੇ ਕਿਸਾਨ
ਇਕੱਲੇ ਲੀਡਰ ਨਹੀਂ, ਸਾਰੇ ਕਿਸਾਨ ਜਦੋਂ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀਗੇ, ਹਰਿਆਣੇ ਦੇ ਵਿੱਚ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹਰਿਆਣਾ ਪੁਲਿਸ ਦੁਆਰਾ। ਉੱਥੇ ਦੇਖੋ ਮੈਂ ਉੱਥੇ ਕਿਸਾਨਾਂ ਨੂੰ ਸਹੀ ਠਹਿਰਾਊਂਗਾ ਜੀ, ਉਹ ਆਪਣਾ ਪੀਸਫੁਲ ਪ੍ਰੋਟੈਸਟ ਕਰਨ ਜਾ ਰਹੇ ਸੀ, ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਆਪਾਂ ਨੂੰ ਪਤਾ ਹੀ ਜੀ ਉੱਥੇ ਦੇਖੋ ਖੱਡੇ ਤੱਕ ਖੋਦ ਦਿੱਤੇ ਗਏ ਸੜਕਾਂ ਦੇ ਵਿੱਚ, ਇੱਕ ਤਰ੍ਹਾਂ ਦਾ ਤਾਨਾਸ਼ਾਹੀ ਵਰਤਾਰਾ ਰਿਹਾ ਜੀ ਹਰਿਆਣਾ ਸਰਕਾਰ ਦਾ। ਉੱਥੇ ਦੀ ਮੈਂ ਜਿਹੜੀ ਵਾਇਲੈਂਸ ਜਿਹੜੀ ਥੋੜ੍ਹੀ ਬਹੁਤੀ ਇਹਨਾਂ ਦੀ ਝੜਪਾਂ ਹੋਈਆਂ ਉਸ ਨੂੰ ਮੈਂ ਜਾਇਜ਼ ਠਹਿਰਾਊਂਗਾ। ਦੇਖੋ ਆਪਣੇ ਜਾਇਜ਼ ਹੱਕ ਲਈ ਜਾ ਰਹੇ ਸੀਗੇ, ਧਰਨਾ ਆਪਣਾ ਲੋਕਤੰਤਰ ਦੇ ਵਿੱਚ ਰਹਿ ਰਹੇ ਜੀ, ਧਰਨਾ ਪ੍ਰਦਰਸ਼ਨ ਕਰਨ ਦਾ ਸਾਰਿਆਂ ਨੂੰ ਹੱਕ ਹੈਗਾ, ਠੀਕ ਹੈ, ਉਹ ਉਸ ਨੂੰ ਇੱਕ ਪਾਸੇ ਛੱਡ ਦਿੱਤਾ ਜਾਏ। ਪਰ ਜਿਹੜਾ ਇਹਨਾਂ ਨੇ ਕਰਨਾਲ ਦੇ ਵਿੱਚ ਹੋਇਆ ਜਾਂ ਉਸ ਤੋਂ ਪਹਿਲਾਂ ਬਠਿੰਡੇ ਦੇ ਵਿੱਚ ਵੀ ਹੋਇਆ ਜੀ ਇੱਦਾਂ ਦਾ ਇੰਸੀਡੈਂਟ ਕਿ ਵੀ ਉੱਥੇ ਵੀ ਭਾਜਪਾ ਦਾ ਜਿਹੜਾ ਪ੍ਰੋਗਰਾਮ ਸੀਗਾ ਜੀ, ਅਟਲ ਬਿਹਾਰੀ ਵਾਜਪੇਈ ਜਿਹੜੇ ਸਾਬਕਾ ਮਤਲਬ ਕਿ ਪ੍ਰਧਾਨ ਮੰਤਰੀ ਸੀਗੇ, ਉਹਨਾਂ ਦਾ ਜਨਮ ਦਿਨ ਦਾ ਇਹ ਕਰ ਰਹੇ ਸੀ ਇਹ ਫੰਕਸ਼ਨ ਉੱਥੇ ਬਠਿੰਡੇ ਦੇ ਵਿੱਚ, ਉੱਥੇ ਵੀ ਇੱਦਾਂ ਦਾ ਕੁਝ ਹੋਇਆ। ਅਦਰਵਾਈਜ਼ ਇਹ ਬਾਈ ਐਂਡ ਲਾਰਜ ਬੜਾ ਪੀਸਫੁਲ ਰਿਹਾ ਜੀ ਕਿਸਾਨਾਂ ਦਾ। ਦੇਖੋ ਜਿਹਦੇ ਤੁਸੀਂ ਫਾਇਦੇ ਲਈ ਦਾਅਵਾ ਕਰ ਰਹੇ ਹੋ, ਦੇਖੋ ਆਪਾਂ ਫਾਇਦੇ ਨੁਕਸਾਨ 'ਚ ਨਾ ਜਾਈਏ, ਜਦੋਂ ਉਹ ਨਹੀਂ ਚਾਹੁੰਦੇ ਉਹਨਾਂ ਦੀ ਮਰਜ਼ੀ ਤੇ ਦੇਖੋ ਥੋਪਣਾ ਨਹੀਂ ਚਾਹੀਦਾ। ਮੈਨੂੰ ਲੱਗਦਾ ਹੈ ਸਰਕਾਰ ਨੂੰ ਉਹੀ ਪਹਿਲਾਂ ਵੀ ਤੁਹਾਨੂੰ ਮੈਂ ਗੱਲ ਕੀ ਹੈ ਜੀ, ਇੱਦਾਂ ਦਾ ਕੋਈ ਗਜਟ ਨੋਟੀਫਿਕੇਸ਼ਨ ਕਰਕੇ ਪਹਿਲਾਂ ਜਨਤਕ ਰਾਏ ਲੈ ਲੈਣੀ ਚਾਹੀਦੀ ਸੀ, ਖਾਸ ਤੌਰ ਤੇ ਕਿਸਾਨਾਂ ਜਿਨ੍ਹਾਂ ਤੇ ਸਿੱਧਾ ਅਸਰ ਹੁੰਦਾ ਹੈ ਜੀ। ਕਿਉਂਕਿ ਦੇਖੋ ਮੀਡੀਆ ਹੁਣ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਐਕਟਿਵ ਹੈ ਜੀ, ਤੁਸੀਂ ਹਰ ਇੱਕ ਕੋਲ ਫੋਨ ਦੇ ਵਿੱਚ WhatsApp ਹੈ ਜੀ, ਸੋਸ਼ਲ ਮੀਡੀਆ ਤੇ ਤੁਸੀਂ ਪਬਲਿਸਾਈਜ਼ ਕਰ ਸਕਦੇ ਹੋ। ਸਰਕਾਰ ਕਿਸਾਨ ਜਿਹੜੇ ਹੈਗੇ ਕਿਸਾਨ ਵੀਰ ਉਹ ਆਪਣੇ ਸੁਜੈਸ਼ਨ ਦੇ ਸਕਦੇ ਵੀ ਸਾਨੂੰ ਇਹ ਚਾਹੀਦਾ ਤੇ ਉਹ ਮੋٹے ਤੌਰ ਤੇ ਦੱਸਦੇ ਅਸੀਂ ਇਹ ਕਾਨੂੰਨ ਲੈ ਕੇ ਆ ਰਹੇ ਹੈਗੇ, ਤੁਸੀਂ ਵੀ ਇਸ ਤੇ ਸਾਨੂੰ ਆਪਣੀ ਸਲਾਹ ਦਿਓ ਕਿ ਵੀ ਕੀ ਇਸ 'ਚ ਇਨਕਲੂਡ ਹੋਣਾ ਚਾਹੀਦਾ ਹੈ। ਸੋ ਬਿਲਕੁਲ, ਤੇ ਇੱਕ ਪਾਸੇ ਚਲੋ ਜੋ ਘਟਨਾ ਵਾਪਰੀ ਉਸ ਤੇ ਅਸੀਂ ਹੱਕ ਦੇ ਵਿੱਚ ਨਹੀਂ, ਪਰ ਪ੍ਰਦਰਸ਼ਨ ਕਰਨਾ ਅਸੀਂ ਉਸ ਦੇ ਹੱਕ ਦੇ ਵਿੱਚ ਹਾਂ ਜੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਕੀਤਾ ਜਾਂਦਾ ਹੈ। ਪਰ ਜੋ ਕੁਝ ਕੱਲ ਵਾਪਰਿਆ ਇਸ ਤੋਂ ਇਸ ਚੀਜ਼ ਦੀ ਤਸਵੀਰ ਤਾਂ ਸਾਫ਼ ਹੁੰਦੀ ਹੈ ਵਰਮਾ ਜੀ ਕਿ ਜਿਸ ਤਰ੍ਹਾਂ ਲਗਾਤਾਰ ਖੱਟੜ ਉਹਨਾਂ ਦੇ ਬਿਆਨ ਆ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਭਰਮਾ ਰਹੇ ਨੇ, ਕਿਸਾਨਾਂ ਨੂੰ ਬਰਗਲਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਸਾਨਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ, ਤੇ ਪੰਜਾਬ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਆਰੋਪ ਲੱਗਦੇ ਨੇ, ਇਹਨਾਂ ਦੀ ਕੋਈ ਤੁੱਕ ਸਮਝ ਸਕਦੇ ਆ, ਪਰ ਹੁਣ ਤਾਂ ਹਰਿਆਣੇ ਦੇ ਵਿੱਚ ਵੀ ਵਿਰੋਧ ਹੋ ਰਿਹਾ, ਇਸ ਦੇ ਉੱਤੇ ਕੀ ਵੇਖਦੇ ਤੁਸੀਂ? ਬਿਲਕੁਲ ਜੀ, ਮੈਂ ਗਗਨ ਮੈਨੂੰ ਦੇਖੋ ਖੱਟੜ ਸਾਹਿਬ ਬਹੁਤ ਏਜਡ ਬੰਦੇ ਹੈਗੇ ਜੀ, ਪੂਰੇ ਉਹਨਾਂ ਦੇ ਸਫੇਦ ਬਾਲ ਹੈਗੇ ਜੀ, ਪਰ ਉਹਨਾਂ ਨੇ ਨਾ ਉਹ ਮੈਚੋਰਿਟੀ ਨਹੀਂ ਦਿਖਾਈ ਜੋ ਉਹਨਾਂ ਦੀ ਉਮਰ ਦੇ ਨਾਲ ਮੈਚ ਕਰਦੀ ਹੋਵੇ। ਉਹਨਾਂ ਦੀ ਸਟਾਰਟਿੰਗ ਤੋਂ ਇੱਦਾਂ ਦੀ ਸਟੇਟਮੈਂਟ ਰਹੀ ਹੈ ਜੀ ਵੀ ਪੰਜਾਬ ਸਰਕਾਰ ਇਸ ਨੂੰ ਮਤਲਬ ਕੈਪਟਨ ਸਾਹਿਬ ਇਹਨੂੰ ਉਹ ਕਰ ਰਹੇ ਨੇ, ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ। ਦੇਖੋ ਕਿਸਾਨ ਨੂੰ ਕੋਈ ਵਰਗਲਾ ਨਹੀਂ ਸਕਦਾ, ਕਿਸਾਨਾਂ ਨੂੰ ਆਪਣਾ ਪਤਾ ਹੈ ਜੀ ਕਿ ਵੀ ਉਹਨਾਂ ਦੇ ਲਈ ਫਾਇਦੇਮੰਦ ਹੈ, ਕੀ ਉਹਨਾਂ ਦੇ ਅਗੇਂਸਟ ਹੈ। ਤੇ ਇਹਨਾਂ ਨੇ ਦੇਖੋ ਜੀ ਜਦੋਂ ਕਿਸਾਨ ਆਗੂ ਜਿਹੜੇ ਕਿਸਾਨ ਲੋਕ ਜਿਹੜੇ ਉੱਥੇ ਜਾ ਰਹੇ ਸੀ ਦਿੱਲੀ, ਉੱਥੇ ਕੀ ਮਤਲਬ ਕਿ ਇੱਦਾਂ ਦਾ ਬਿਹੇਵ ਕੀਤਾ ਜੀ, ਉਹਨਾਂ ਨਾਲ ਇੱਦਾਂ ਦਾ ਵਰਤਾਓ ਕੀਤਾ ਜਿਵੇਂ ਆਪਾਂ ਕਿਤੇ ਕਿਸੇ ਦੁਸ਼ਮਣ ਦੇਸ਼ ਦੇ ਸੈਨਾ ਦੇ ਨਾਲ ਕਰਦੇ ਹਾਂ ਜੀ। ਜਿਵੇਂ ਪਹਿਲਾਂ ਹੁੰਦਾ ਸੀ ਜੀ ਜਦੋਂ ਰਾਜੇ ਮਹਾਰਾਜਿਆਂ ਦੇ ਟਾਈਮ 'ਚ ਜਦੋਂ ਇੱਕ ਦੇਸ਼ ਦੂਸਰੇ ਦੇਸ਼ 'ਤੇ ਚੜ੍ਹਾਈ ਕਰਨਾ ਸੀ, ਉਹ ਇੱਕ ਨਾ ਕਿਲੇ ਦੇ ਆਲੇ ਦੁਆਲੇ ਇੱਕ ਉਹ ਖਾਈ ਬਣਾ ਲੈਂਦੇ ਸੀ ਜਿਸ 'ਚ ਪਾਣੀ ਛੱਡ ਦਿੰਦੇ ਹੁੰਦੇ ਸੀਗੇ ਕਿ ਵੀ ਆ ਨਾ ਸਕਣ। ਬਿਲਕੁਲ, ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਜੋ ਬੜਾ ਅਹਿਮ ਸਵਾਲ ਖੜਾ ਹੁੰਦਾ ਇਸੇ ਘਟਨਾ ਦੇ ਨਾਲ। ਕਿਸਾਨ ਜਥੇਬੰਦੀਆਂ ਦੇ ਵਿੱਚ ਲਗਾਤਾਰ ਇਸ ਗੱਲ ਨੂੰ ਲੈ ਕੇ ਵੀ ਚਰਚਾਵਾਂ ਸੀ ਕਿ ਅਜਿਹੇ ਕੋਈ ਵੀ ਪ੍ਰੋਗਰਾਮ ਨੂੰ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ। ਉਧਰ ਭਾਜਪਾ ਆਗੂਆਂ ਦੀ ਮੈਂ ਸੁਣ ਰਿਹਾ ਸੀ, ਭਾਜਪਾ ਕੋਈ ਇੱਕ ਟੀਵੀ ਚੈਨਲ ਦੇ ਉੱਤੇ ਡਿਬੇਟ ਦੇ ਵਿੱਚ ਬੈਠੇ ਕਹਿ ਰਹੇ ਨੇ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਨੋਟੀਫਾਈ ਕਰਾਂਗੇ ਜਿਨ੍ਹਾਂ ਦੇ ਵੱਲੋਂ ਅਜਿਹੀ ਘਟਨਾ ਉੱਥੇ ਕੀਤੀ ਗਈ ਹੈ। ਮੈਂ ਕਹਿੰਦਾ ਕਿ ਨੋਟੀਫਾਈ ਕਰੋ, ਜੋ ਮਰਜ਼ੀ ਕਰੋ, ਉਹ ਸਰਕਾਰ ਹੈ ਤੇ ਸੰਵਿਧਾਨਕ ਹੱਕ ਹੈ ਸਰਕਾਰ ਦੇ ਕੋਲ, ਜਿਸ ਤਰ੍ਹਾਂ ਕਿਸਾਨਾਂ ਕੋਲ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਹੱਕ ਹੈ। ਪਰ ਸਰਕਾਰ ਨੂੰ ਇਸ ਵਕਤ ਇਹ ਸਮਝਣਾ ਚਾਹੀਦਾ ਕਿ ਜੇਕਰ ਪੂਰੇ ਮੁਲਕ ਦੇ ਵਿੱਚ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਵਿਰੋਧ ਹੋ ਰਿਹਾ, ਪੰਜਾਬ ਦੇ ਵਿੱਚ ਮੰਨਦੇ ਹਾਂ ਕਿ ਕਾਂਗਰਸ ਦੀ ਸਰਕਾਰ ਹੈ, ਇੱਥੇ ਵਿਰੋਧ ਹੋ ਰਿਹਾ ਤੇ ਇਹ ਵਿਰੋਧੀਆਂ ਦੇ ਉੱਤੇ ਨਿਸ਼ਾਨਾ ਸਾਧ ਸਕਦੇ ਨੇ, ਪਰ ਜਿੱਥੇ ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਹੈ, ਗੱਠਜੋੜ ਦੀ ਸਰਕਾਰ ਚੱਲ ਰਹੀ ਹੈ ਹਰਿਆਣੇ ਦੇ ਵਿੱਚ, ਜੇਕਰ ਉੱਥੇ ਵਿਰੋਧ ਹੋ ਰਿਹਾ ਤਾਂ ਕਿਤੇ ਨਾ ਕਿਤੇ ਭਾਜਪਾ ਨੂੰ ਇਸ ਦੇ ਵਿੱਚ ਵੀ ਵਿਚਾਰ ਕਰਨਾ ਚਾਹੀਦਾ। ਬਿਲਕੁਲ ਜੀ, ਮੈਨੂੰ ਲੱਗਦਾ ਜੀ ਦੇਖੋ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਹਲੇ ਵੀ ਇਹ ਗੱਲ ਹੈਗੀ ਕਿ ਵੀ ਇਹ ਜਿਹੜਾ ਹੈ ਕਿ ਵੀ ਪੰਜਾਬ ਦੇ ਜਾਂ ਹਰਿਆਣੇ ਦੇ ਲੋਕ ਇਹਦੇ ਖਿਲਾਫ ਹੈਗੇ ਜੀ। ਦੇਖੋ ਆਪਾਂ ਦੇਖਦੇ ਹਾਂ ਜੀ, ਖਬਰਾਂ ਵੀ ਦੇਖਦੇ ਹਾਂ, ਪੜ੍ਹਦੇ ਵੀ ਹਾਂ ਜੀ, ਉਹ ਸਾਰੇ ਦੇਸ਼ ਦੇ ਵਿੱਚ ਹੈ ਜੀ ਇਹਨਾਂ ਦਾ ਵਿਰੋਧ ਕਿ ਵੀ ਜਿਹੜੇ ਕਿਸਾਨ ਹੈਗੇ ਵੀ ਇੱਕ ਸਿਰਫ ਪੰਜਾਬ ਔਰ ਹਰਿਆਣੇ ਦੇ ਕਿਸਾਨ ਨਹੀਂ ਹੈਗੇ ਜੀ, ਰਾਜਸਥਾਨ ਤੋਂ ਵੀ ਹੈਗੇ ਜੀ, ਈਵਨ ਗੁਜਰਾਤ ਤੋਂ ਵੀ ਹੈਗੇ ਜੀ, ਜਿੱਥੇ ਇਹਨਾਂ ਦਾ ਨਰਿੰਦਰ ਮੋਦੀ ਹੋਰਾਂ ਦਾ ਇੰਨੇ ਸਾਲ ਚੀਫ ਮਿਨਿਸਟਰ ਰਹੇ ਜੀ, ਹੁਣ 6 ਸਾਲਾਂ ਤੋਂ ਮੁੱਖ ਪ੍ਰਾਈਮ ਮਿਨਿਸਟਰ ਹੈਗੇ। ਤੇ ਉਸ ਤੋਂ ਇਲਾਵਾ MP ਦੇ ਵਿੱਚ ਇਹਨਾਂ ਦੀ ਸਰਕਾਰ ਹੈਗੀ ਜੀ, ਉੱਥੋਂ ਦੀ ਵੀ ਹੈਗੇ ਜੀ ਕਿਸਾਨ। ਮਹਾਰਾਸ਼ਟਰ ਤਾਂ ਖੈਰ ਹੁਣ ਇਹਨਾਂ ਦੇ ਉਹ ਨਹੀਂ ਹੈਗੇ, ਮਹਾਰਾਸ਼ਟਰ ਦਾ ਸ਼ਿਵ ਸੈਨਾ ਔਰ ਕਾਂਗਰਸ ਐਂਡ ਤੁਹਾਡੀ ਤੀਸਰੀ ਆਪਣਾ ਹੈਗੀ ਜੀ ਉਹਨਾਂ ਦੀ ਸ਼ਰਦ ਪਵਾਰ ਦੀ ਪਾਰਟੀ, ਉਹਨਾਂ ਦੀ ਸਰਕਾਰ ਹੈਗੀ, ਉੱਥੋਂ ਦੀ ਵੀ ਹੈਗੀ ਜੀ ਕਿਸਾਨ। ਸਾਰੇ ਦੇਸ਼ ਤੋਂ ਹੈ ਜੀ ਕਿਸਾਨ। ਇਹ ਇੱਕ
ਕਿਸੇ ਇੱਕ ਰਾਜ ਜਾਂ ਇੱਕ ਦੋ ਰਾਜਾਂ ਦੀ ਨਹੀਂ ਹੈ। ਤੇ ਵਰਮਾ ਜੀ, ਇੱਕ ਚਰਚਾ ਦਾ ਵਿਸ਼ਾ ਇੱਥੇ ਇਹ ਵੀ ਹੈ ਕਿ ਬੀਤੇ ਦਿਨਾਂ ਜੋ ਬੈਠਕ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਹੁੰਦੀ ਹੈ, ਉਸ ਬੈਠਕ ਦੇ ਵਿੱਚੋਂ ਜੋ ਵੱਡੀ ਗੱਲ ਨਿਕਲਦੀ ਹੈ ਕਿ ਸਰਕਾਰ ਕਹਿੰਦੀ ਹੈ ਕਿ ਤੁਸੀਂ 523 ਦੇ ਕਰੀਬ ਜਥੇਬੰਦੀਆਂ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚੋਂ ਤੇ 400 ਦੇ ਕਰੀਬ ਜਥੇਬੰਦੀਆਂ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਨੇ। ਤੇ ਜਦੋਂ ਕਿਸਾਨਾਂ ਦੇ ਵੱਲੋਂ ਲਿਸਟ ਮੰਗੀ ਜਾਂਦੀ ਉਹਨਾਂ 400 ਜਥੇਬੰਦੀਆਂ ਤੇ ਲਿਸਟ ਨਹੀਂ ਪਹੁੰਚਦੀ ਤਾਂ ਇਸ ਜੋ ਲਗਾਤਾਰ ਬਿਆਨਬਾਜ਼ੀ ਇਹ ਆਉਂਦੀ ਹੈ ਕਿ ਕਈ ਕਿਸਾਨ ਇਹਨਾਂ ਦੇ ਹੱਕ ਦੇ ਵਿੱਚ ਨੇ, ਤਾਂ ਇਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਬਿਲਕੁਲ ਗਗਨ ਨੇ ਦੇਖੋ ਉਹੀ ਕਿ ਦੇਖੋ ਦਾਅਵੇ ਕਰ ਸਕਦੀ ਹੈ ਸਰਕਾਰ, ਪਰ ਉਹੀ ਦੇਖਣਾ ਪਏਗਾ ਜੀ ਕਿਹੜੀਆਂ ਹੈਗੀਆਂ ਜੀ ਐਸੀਆਂ ਕਿਸਾਨ ਆਰਗੇਨਾਈਜੇਸ਼ਨਸ ਜਿਹੜੀਆਂ ਇਹਦੇ ਹੱਕ ਦੇ ਵਿੱਚ ਆਈ। ਕੋਈ ਮੈਂ ਤਾਂ ਕੋਈ ਇੱਦਾਂ ਦੀ ਵੱਡੀ ਸੁਣੀ ਨਹੀਂ ਹੈਗੀ ਜੀ, ਮੈਂ ਵੀ ਇੰਨੇ ਸਾਲ ਤੋਂ ਹੈਗਾ ਜੀ ਇਸ ਪ੍ਰੋਫੈਸ਼ਨ ਦੇ ਵਿੱਚ, ਪੱਤਰਕਾਰੀ ਦੇ ਵਿੱਚ। ਮੈਂ ਤਾਂ ਕੋਈ ਐਸੀ ਜਿਹੜੀ ਮੇਨ ਹੈਗੀਆਂ ਜੀ ਕਿਸਾਨੀ ਜਥੇਬੰਦੀਆਂ, ਉਹ ਸਾਰੀਆਂ ਇਸ ਐਜੀਟੇਸ਼ਨ 'ਚ ਭਾਗ ਲੈ ਰਹੀਆਂ। ਦੇਖੋ ਕੁਝ ਹੋ ਸਕਦੀਆਂ ਹੈਂਡਫੁਲ, ਮਤਲਬ ਕਿ ਜਿਹੜੀਆਂ ਗਿਣਤੀ ਦੀਆਂ ਜਿਹੜੀਆਂ ਆਪਾਂ ਉਂਗਲੀਆਂ 'ਤੇ ਗਿਣ ਸਕਦੇ, ਉਹ ਹੋ ਸਕਦੀਆਂ ਸਰਕਾਰ ਦੇ ਹੱਕ ਦੇ ਵਿੱਚ ਵੀ ਹੋਣ, ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਵੀ ਹੋਣ, ਪਰ ਮੈਂ ਇੰਨਾ ਸਮਝਦਾ ਉਹ ਪੰਜਾਬ ਤੋਂ ਨਹੀਂ ਹੋ ਸਕਦੀਆਂ, ਮਤਲਬ ਕਿ ਦੂਜੀ ਕੋਈ ਛੋਟੀ ਸਟੇਟਸ ਤੋਂ ਜਿੱਥੇ ਇਹਨਾਂ ਦਾ ਇਨਫਲੂਐਂਸ ਜ਼ਿਆਦਾ ਹੈ ਜੀ, ਉੱਥੋਂ ਦੀ ਹੋ ਸਕਦੀਆਂ, ਪਰ 400 ਨਹੀਂ ਹੋ ਸਕਦੀ ਜੀ। ਮੈਨੂੰ ਲੱਗਦਾ ਹੈ ਕਿ ਵੀ ਤਾਂ ਹੀ ਦੇਖੋ, ਜੇ ਅਗਰ ਹੁੰਦੀ ਤਾਂ ਸਰਕਾਰ ਓਪਨਲੀ ਦਿਖਾਉਂਦੀ ਜੀ, ਕਿਉਂ ਪਿੱਛੇ ਭੱਜਦੀ ਹੈ ਜੀ ਉੱਥੋਂ ਦੀ। ਜੀ ਬਿਲਕੁਲ। ਸੋ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਰੇੜਕਾ ਲਗਾਤਾਰ ਬਰਕਰਾਰ ਹੈ। ਅੱਜ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਸੁਣਵਾਈ ਹੈ। ਦੇਸ਼ ਦੇ ਚੀਫ ਜਸਟਿਸ AS ਬੋਬੜੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਆ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸੁਣਵਾਈ ਹੈ ਉਸ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਆਪਣੇ ਪੱਧਰ ਦੇ ਉੱਤੇ ਕੋਈ ਅਜਿਹਾ ਫੈਸਲਾ ਦੇ ਦੇਵੇ, ਕਿਉਂਕਿ ਲਗਾਤਾਰ 70-75 ਕਿਸਾਨਾਂ ਦੀ ਇਸ ਦੁਨੀਆ ਤੋਂ ਰੁਖਸਤ ਹੋਣਾ ਬਹੁਤ ਵੱਡੀ ਗਿਣਤੀ ਹੈ। ਜੇਕਰ ਕਿਸਾਨੀ ਅੰਦੋਲਨ ਜਿਵੇਂ ਜਿਵੇਂ ਲੰਬਾ ਹੁੰਦਾ ਹੈ ਤਾਂ ਇਹਨਾਂ ਲਗਾਤਾਰ ਮੌਤਾਂ ਦੇ ਵਿੱਚ ਵੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ। ਸੋ ਸਰਕਾਰ ਨੂੰ ਵੀ ਇਸ ਦੇ ਉੱਤੇ ਚਿੰਤਾ ਪ੍ਰਗਟਾਉਣੀ ਚਾਹੀਦੀ ਹੈ ਤੇ ਉਮੀਦ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਧਿਆਨ ਦੇ ਵਿੱਚ ਵੀ ਜਿਹੜਾ ਕਿਸਾਨਾਂ ਦੇ ਵੱਲੋਂ ਵਕੀਲ ਜਾਣੇ ਨੇ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ, ਸੋ ਉਹ ਵਕੀਲ ਵੀ ਜਿਹੜਾ ਸਰਕਾਰ ਦੇ ਨਾਲ ਪ੍ਰਸ਼ਾਸਨ ਅਤੇ ਕੋਰਟ ਦੇ ਮੂਹਰੇ ਗੱਲ ਰੱਖ ਸਕਣ ਕਿ ਲਗਾਤਾਰ ਜਿਹੜੀਆਂ ਜਾਨਾਂ ਵੀ ਜਾ ਰਹੀਆਂ ਨੇ। ਸੋ ਇਸ ਸੰਬੰਧ ਦੇ ਵਿੱਚ ਇਸ ਨੂੰ ਮੁੱਖ ਰੱਖਦੇ ਕੋਈ ਕਿਸਾਨੀ ਹੱਕ ਦੇ ਵਿੱਚ ਫੈਸਲਾ ਲਿਆ ਜਾਵੇ ਤਾਂ ਜੋ ਕਿਸਾਨ ਘਰਾਂ ਨੂੰ ਪਰਤਣ। ਉਸ ਤੋਂ ਬਾਅਦ ਇਹਨਾਂ ਕਾਨੂੰਨਾਂ ਨੂੰ ਲੈ ਕੇ ਕਮੇਟੀ ਦਾ ਗਠਨ ਹੁੰਦਾ ਹੈ ਜਾਂ ਦੁਬਾਰਾ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੇ ਉੱਤੇ ਚਰਚਾ ਹੁੰਦੀ ਹੈ, ਤਾਂ ਮੈਨੂੰ ਲੱਗਦਾ ਕਿ ਉਸ ਨੂੰ ਲੈ ਕੇ ਕਿਸਾਨਾਂ ਨੂੰ ਵੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੋਵੇਗੀ ਜੇਕਰ ਦੁਬਾਰਾ ਇਹਨਾਂ ਕਾਨੂੰਨਾਂ ਦੇ ਉੱਤੇ ਇਹਨਾਂ ਦੇ ਉੱਤੇ ਦੁਬਾਰਾ ਮੀਟਿੰਗਾਂ ਹੁੰਦੀਆਂ ਨੇ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਚਰਚਾ ਹੁੰਦੀ ਹੈ। ਸੋ ਉਮੀਦ ਕਰਾਂਗੇ ਕਿ ਅੱਜ ਦੀ ਸੁਣਵਾਈ ਦੇ ਵਿੱਚੋਂ ਜੇ ਕੋਈ ਸੁਪਰੀਮ ਕੋਰਟ ਵੱਡਾ ਫੈਸਲਾ ਲਵੇਗੀ ਤਾਂ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਖੋ ਵੱਖਰੇ ਪ੍ਰੋਗਰਾਮਾਂ ਨੂੰ ਰੱਦ ਕਰਕੇ ਘਰਾਂ ਨੂੰ ਵਾਪਸ ਜ਼ਰੂਰ ਪਰਤਣਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਲਵਾਂਗੇ, ਫਿਰ ਮੁੜ ਹਾਜ਼ਰ ਹੋਵਾਂਗੇ ਵੱਖਰੇ ਅਤੇ ਨਵੇਂ ਮੁੱਦਿਆਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ।